किरपा करहो दीन के दाते। मेरा गुण अवगुण ना विचारो कोई। माटी का क्या तोपै स्वामी। मानस की गत एही। माटी का क्या तोपै स्वामी। मानस की गत एही। परम सत्कारयोग ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤ ਸੰਗੀ ਜਨੋ ਵਡਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਪਿਛਲੇਰੇ ਦਿਨਾਂ ਦੇ ਵਿੱਚ ਆਪਾਂ ਇਤਿਹਾਸ ਦੇ ਇਹਨਾਂ ਪੰਨਿਆਂ ਨੂੰ ਵਿਚਾਰਿਆ ਸੀ। ਮੀਰ ਮਨੂੰ ਦੇ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਸਿੱਖ ਬੀਬੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਛੋਟੇ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਉਹਨਾਂ ਨੂੰ ਲਾਹੌਰ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਂਦਾ ਹੈ। ਅਨੇਕਾਂ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਹਨ, ਇੱਥੋਂ ਤੱਕ ਕਿ ਛੋਟੇ ਬੱਚਿਆਂ ਦੇ ਤਨ ਦੇ ਟੋਟੇ ਕਰਕੇ ਹਾਰ ਬਣਾ ਕੇ ਸਿੱਖ ਬੀਬੀਆਂ ਦੇ ਗਲਾਂ ਦੇ ਵਿੱਚ ਪਾ ਦਿੱਤੇ ਜਾਂਦੇ ਹਨ। ਸੋ ਆਪਾਂ ਇਹ ਵੀ ਇਤਿਹਾਸ ਦੇ ਪੱਖ ਨੂੰ ਵਿਚਾਰਿਆ ਸੀ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ, ਮੀਰ ਮਨੂੰ ਦੇ ਨਾਲ ਇਹ ਸਮਝੌਤਾ ਹੋਇਆ ਸੀ 14 ਲੱਖ ਰੁਪਈਆ ਮੀਰ ਮਨੂੰ ਦੇ ਵੱਲੋਂ ਅਹਿਮਦ ਸ਼ਾਹ ਅਬਦਾਲੀ ਨੂੰ ਦਿੱਤਾ ਜਾਵੇਗਾ। ਮੀਰ ਮਨੂੰ 9 ਲੱਖ ਰੁਪਈਆ ਅਹਿਮਦ ਸ਼ਾਹ ਅਬਦਾਲੀ ਨੂੰ ਦਿੰਦਾ ਹੈ, 5 ਲੱਖ ਰੁਪਈਏ ਦੀ ਉਧਾਰ ਕਰ ਲੈਂਦਾ ਹੈ। ਅਹਿਮਦ ਸ਼ਾਹ ਵੱਲੋਂ ਆਪਣਾ ਇੱਕ ਅਧਿਕਾਰੀ ਜਿਸ ਦਾ ਨਾਮ ਸੁਖ ਜੀਵਨ ਹੈ ਉਸ ਨੂੰ ਭੇਜਿਆ ਜਾਂਦਾ ਹੈ, ਲੇਕਿਨ ਮੀਰ ਮਨੂੰ ਉਸ ਨੂੰ 5 ਲੱਖ ਰੁਪਈਆ ਨਹੀਂ ਦਿੰਦਾ। ਜਿਸ ਕਰਕੇ ਅਹਿਮਦ ਸ਼ਾਹ ਅਬਦਾਲੀ 1753 ਈਸਵੀ ਵਿੱਚ ਫੇਰ ਇੱਕ ਹਮਲਾ ਕਰਦਾ ਹੈ। ਇਸ ਹਮਲੇ ਦੇ ਦੌਰਾਨ ਪਹਿਲਾਂ ਮੀਰ ਮਨੂੰ ਵੱਲੋਂ ਕੁਝ ਸਮਾਂ ਜੰਗ ਕੀਤੀ ਜਾਂਦੀ ਹੈ, ਜੰਗ ਹਾਰ ਜਾਂਦਾ ਹੈ, ਇਸ ਨੂੰ ਬੰਦੀ ਬਣਾ ਲਿਆ ਜਾਂਦਾ ਹੈ। ਇਸ ਤੋਂ ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਿੰਨਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇੜੀਆਂ ਦੇ ਵਿੱਚ ਜਕੜਿਆ ਹੋਇਆ ਮੀਰ ਮਨੂੰ ਅਹਿਮਦ ਸ਼ਾਹ ਅਬਦਾਲੀ ਇਸ ਨੂੰ ਕੁਝ ਸਵਾਲ ਕਰਦਾ ਹੈ। ਪਹਿਲਾ ਸਵਾਲ ਕੀਤਾ ਜਾਂਦਾ ਹੈ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਕਿ ਮੀਰ ਮਨੂੰ, ਜਦੋਂ ਵੀ ਮੈਂ ਹਮਲਾ ਕਰਦਾ ਹਾਂ ਤੂੰ ਮੇਰੇ ਨਾਲ ਜੰਗ ਕਰਦਾ ਹੈ, ਜੰਗ ਦੇ ਵਿੱਚ ਹਾਰ ਜਾਂਦਾ, ਫਿਰ ਮੇਰੀ ਗੁਲਾਮੀ ਕਬੂਲ ਕਰ ਲੈਂਦਾ ਹੈ, ਇਸ ਤਰ੍ਹਾਂ ਕਿਉਂ ਕਰ ਰਹੇ ਹੈ? ਮੀਰ ਮਨੂੰ ਨੇ ਜਵਾਬ ਦਿੱਤਾ, ਇਹ ਰਾਜਨੀਤੀ ਹੈ।
ਰਾਜਨੀਤੀ ਦੇ ਵਿੱਚ ਕਦੇ ਝੁਕਣਾ ਵੀ ਪੈਂਦਾ ਤੇ ਕਦੇ ਕਿਸੇ ਨੂੰ ਝੁਕਾਉਣਾ ਵੀ ਪੈਂਦਾ। ਇਹ ਰਾਜਨੀਤੀ ਦਾ ਅਸੂਲ ਹੈ ਵੀ ਜਿਹੜਾ ਬੰਦਾ ਸ਼ੁਰੂਆਤੀ ਦਿਨਾਂ ਦੇ ਵਿੱਚ 4 ਦਿਨ ਕਿਸੇ ਦੇ ਅੱਗੇ ਹੱਥ ਨਹੀਂ ਜੋੜਦਾ, ਉਹ ਕਿਸੇ ਦੇ ਹੱਥ ਜੁੜਵਾ ਵੀ ਨਹੀਂ ਸਕਦਾ। ਜਿਹੜਾ ਬੰਦਾ ਸ਼ੁਰੂਆਤੀ ਦਿਨਾਂ ਦੇ ਵਿੱਚ ਕਿਸੇ ਅੱਗੇ ਨਹੀਂ ਝੁਕਦਾ, ਉਹ ਕਿਸੇ ਨੂੰ ਆਪਣੇ ਅੱਗੇ ਝੁਕਾ ਵੀ ਨਹੀਂ ਸਕਦਾ। ਇਹ ਰਾਜਨੀਤੀ ਦਾ ਅਸੂਲ ਹੈ। ਆਪਾਂ ਵੇਖ ਸਕਦੇ ਹਾਂ ਜਦੋਂ ਇਲੈਕਸ਼ਨਾਂ ਹੁੰਦੀਆਂ ਹਨ, ਲੀਡਰ ਆਉਂਦੇ ਹਨ ਪਿੰਡਾਂ ਦੇ ਵਿੱਚ, ਉਹ ਝੁਕਦੇ ਵੀ ਹਨ ਤੇ ਹੱਥ ਵੀ ਜੋੜਦੇ ਹਨ, ਪਰ ਜਦੋਂ ਉਹ ਜਿੱਤ ਜਾਂਦੇ ਹਨ ਉਸ ਤੋਂ ਬਾਅਦ ਸਾਨੂੰ ਹੱਥ ਜੋੜਨਾ ਪੈਂਦਾ, ਸਾਨੂੰ ਹੀ ਉਹਨਾਂ ਦੇ ਅੱਗੇ ਝੁਕਣਾ ਪੈਂਦਾ। ਇਹ ਰਾਜਨੀਤੀ ਦਾ ਅਸੂਲ ਹੈ ਵੀ ਜੇਕਰ ਤੁਸੀਂ ਕਿਸੇ ਦੇ ਹੱਥ ਜੜਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਕਿਸੇ ਨੂੰ ਆਪਣੇ ਅੱਗੇ ਝੁਕਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਤੁਹਾਨੂੰ ਝੁਕਣਾ ਪੈਣਾ ਹੈ, ਪਹਿਲਾਂ ਤੁਹਾਨੂੰ ਹੱਥ ਜੋੜਨੇ ਪੈਣੇ ਆ। ਇਸੇ ਕਰਕੇ ਲੀਡਰ ਹੈ ਜਿਹੜੇ ਉਹ 4 ਕੁ ਦਿਨ ਹੱਥ ਜੋੜਦੇ ਵੀ ਆ ਪਿੰਡਾਂ ਦੇ ਵਿੱਚ ਆ ਕੇ, ਤੇ ਅਗਲੇ ਦੇ ਅੱਗੇ ਝੁਕਦੇ ਵੀ ਹਨ, ਨਿਮਰਤਾ ਵਿੱਚ ਵੋਟਾਂ ਮੰਗਦੇ ਹਨ। ਪਰ ਜਦੋਂ ਜਿੱਤ ਜਾਂਦੇ ਆ ਫਿਰ 5 ਸਾਲ ਲੋਕ ਹੱਥ ਜੋੜਦੇ ਆ ਉਹਨਾਂ ਦੇ ਕੋਲ ਜਾ ਕੇ। ਮੀਰ ਮੰਨੂ ਕਹਿੰਦਾ ਇਹ ਰਾਜਨੀਤੀ ਦਾ ਅਸੂਲ ਹੈ ਵੀ ਕਦੇ ਝੁਕਣਾ ਵੀ ਪੈਂਦਾ ਤੇ ਕਦੇ ਝੁਕਾਉਣਾ ਵੀ ਪੈਂਦਾ। ਇਸ ਕਰਕੇ ਮੈਂ ਤੁਹਾਡੀ ਗੁਲਾਮੀ ਕਬੂਲ ਕਰ ਲੈਂਦਾ ਹਾਂ। ਤੇ ਜਦੋਂ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਹੁਣ ਮੇਰੇ ਕੋਲ ਬਹੁਤ ਜ਼ਿਆਦਾ ਤਾਕਤ ਹੈ, ਮੈਂ ਤੁਹਾਡੇ ਨਾਲ ਜੰਗ ਵੀ ਕਰਦਾ ਹਾਂ, ਤੁਹਾਨੂੰ ਝੁਕਾਉਣ ਦੀ ਕੋਸ਼ਿਸ਼ ਵੀ ਕਰਦਾ ਹਾਂ। ਉਹ ਇੱਕ ਵੱਖਰੀ ਗੱਲ ਹੈ ਵੀ ਤੁਸੀਂ ਹਰ ਵਾਰ ਹੀ ਮੇਰੇ ਤੋਂ ਜਿੱਤ ਜਾਂਦੇ ਹੋ। ਅਹਿਮਦ ਸ਼ਾਹ ਅਬਦਾਲੀ ਨੇ ਅਗਲਾ ਸਵਾਲ ਕੀਤਾ ਵੀ ਮੈਂ ਤੇਰੇ ਨਾਲ ਕਿਹੋ ਜਿਹਾ ਸਲੂਕ ਕਰਾਂ, ਕਿਹੋ ਜਿਹਾ ਵਿਵਹਾਰ ਕਰਾਂ। ਮੀਰ ਮੰਨੂ ਨੇ ਬਹੁਤ ਵਧੀਆ ਜਵਾਬ ਦਿੱਤਾ। ਮੀਰ ਮੰਨੂ ਕਹਿੰਦਾ ਅਹਿਮਦ ਸ਼ਾਹ ਅਬਦਾਲੀ, ਜੇਕਰ ਤੂੰ ਇੱਕ ਚੰਗਾ ਵਪਾਰੀ ਹੈ ਤਾਂ ਮੈਨੂੰ ਕਿਤੇ ਵੇਚ ਦੇ, ਕਿਉਂਕਿ ਮੈਂ ਤੇਰਾ ਗੁਲਾਮ ਬਣ ਗਿਆ ਹਾਂ। ਮੇਰੇ ਬਦਲੇ ਦੇ ਵਿੱਚ ਤੂੰ ਰੁਪਈਏ ਕਮਾ ਸਕਦਾ। ਜੇਕਰ ਤੂੰ ਇੱਕ ਚੰਗਾ ਕਸਾਈ ਹੈ ਤਾਂ ਮੇਰਾ ਗਲਾ ਕੱਟ ਦੇ, ਮੈਨੂੰ ਖਤਮ ਕਰ ਦੇ। ਪਰ ਜੇਕਰ ਤੂੰ ਇੱਕ ਚੰਗਾ ਰਾਜਨੀਤਿਕ ਵਿਅਕਤੀ ਹੈ ਤੇ ਮੈਨੂੰ ਜੋ ਕਿ ਆਪਣੇ ਕੋਲ ਰੱਖ ਲੈ, ਆਪਣਾ ਅਹਿਲਕਾਰ ਬਣਾ ਲੈ, ਆਪਣਾ ਕੋਈ ਅਧਿਕਾਰੀ, ਆਪਣਾ ਕੋਈ ਮੁਲਾਜ਼ਮ ਰੱਖ ਲੈ। ਅਹਿਮਦ ਸ਼ਾਹ ਅਬਦਾਲੀ ਇਹਨਾਂ ਉੱਤਰਾਂ ਤੋਂ ਬੜਾ ਹੀ ਪ੍ਰਭਾਵਿਤ ਹੋਇਆ, ਖੁਸ਼ ਹੋਇਆ, ਤੇ ਉਹ ਫੇਰ ਜਾਂਦਾ ਜਾਂਦਾ ਅਹਿਮਦ ਸ਼ਾਹ ਅਬਦਾਲੀ ਮੀਰ ਮੰਨੂ ਨੂੰ ਲਾਹੌਰ ਦਾ ਸੂਬੇਦਾਰ ਬਣਾ ਗਿਆ। ਮੀਰ ਮੰਨੂ ਅਹਿਮਦ ਸ਼ਾਹ ਦੇ ਅਧੀਨ ਹੈ। ਅਹਿਮਦ ਸ਼ਾਹ ਅਬਦਾਲੀ ਦਾ ਇਸ ਨੂੰ ਜੋ ਕਿ ਪੂਰਾ ਥਾਪੜਾ ਹੈ, ਪੂਰੀ ਮਦਦ ਮਿਲ ਰਹੀ ਹੈ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਮੀਰ ਮੰਨੂ ਨੂੰ। ਇਸ ਕਰਕੇ ਮੀਰ ਮੰਨੂ ਨੇ ਫਿਰ ਇਸ ਤੋਂ ਬਾਅਦ ਸਿੱਖਾਂ ਦੇ ਉੱਪਰ ਬਹੁਤ ਜ਼ਿਆਦਾ ਕਹਿਰ ਕਰਨਾ ਸ਼ੁਰੂ ਕਰ ਦਿੱਤਾ, ਅੱਗੇ ਨਾਲੋਂ ਵੀ ਜ਼ਿਆਦਾ, ਕਿਉਂਕਿ ਹੁਣ ਅਹਿਮਦ ਸ਼ਾਹ ਅਬਦਾਲੀ ਵੀ ਇਸ ਦੇ ਨਾਲ ਮਿਲ ਗਿਆ। 1753 ਈਸਵੀ ਦੇ ਵਿੱਚ 9 ਅਕਤੂਬਰ ਨੂੰ ਇੱਕ ਅਹਿਮ ਘਟਨਾ ਘਟਦੀ ਹੈ। ਨਵਾਬ ਕਪੂਰ ਸਿੰਘ ਫੈਜ਼ਲਪੁਰੀਆ, ਜੋ ਫੈਜ਼ਲਪੁਰੀਆ ਮਿਸਲ ਦਾ ਮੁਖੀ ਹੈ, ਜਿਸ ਨੂੰ ਨਵਾਬੀ ਵੀ ਦਿੱਤੀ ਗਈ ਸੀ, ਇਹ ਕਪੂਰ ਸਿੰਘ 9 ਅਕਤੂਬਰ 1753 ਈਸਵੀ ਨੂੰ ਅਕਾਲ ਚਲਾਣਾ ਕਰ ਜਾਂਦਾ ਹੈ। ਸਿੱਖਾਂ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ। ਨਵਾਬ ਕਪੂਰ ਸਿੰਘ ਦੇ ਕਿਸੇ ਜੰਗ ਦੇ ਦੌਰਾਨ ਪੱਟ ਦੇ ਵਿੱਚ ਗੋਲੀ ਲੱਗੀ ਸੀ, ਉਸ ਦਾ ਕੋਈ ਬਹੁਤਾ ਵਧੀਆ ਇਲਾਜ ਨਹੀਂ ਹੋ ਸਕਿਆ।
ਜੰਗਾਂ ਦਾ ਟਾਈਮ ਹੈ, ਕੋਈ ਭੋਜਨ ਵੀ ਖੁਰਾਕ ਵੀ ਚੰਗੀ ਨਹੀਂ, ਜਿਸ ਕਰਕੇ ਸਮੇਂ ਸਿਰ ਇਲਾਜ ਨਹੀਂ ਹੋ ਸਕਿਆ। ਤੇ 9 ਅਕਤੂਬਰ 1753 ਈਸਵੀ ਨੂੰ ਨਵਾਬ ਕਪੂਰ ਸਿੰਘ ਫੈਜ਼ਲਪੁਰੀਆ ਅਕਾਲ ਚਲਾਣਾ ਕਰ ਗਿਆ। ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜੋ ਬਾਬਾ ਅਟਲ ਰਾਏ ਜੀ ਦਾ ਗੁਰਦੁਆਰਾ ਹੈ, ਉਸ ਜਗ੍ਹਾ ਤੇ ਨਵਾਬ ਕਪੂਰ ਸਿੰਘ ਦਾ ਸੰਸਕਾਰ ਕੀਤਾ ਗਿਆ। 1753 1754 ਈਸਵੀ ਦੇ ਦੌਰਾਨ ਮੀਰ ਮੰਨੂ ਦੇ ਵੱਲੋਂ ਬਹੁਤ ਜ਼ਿਆਦਾ ਸਿੱਖਾਂ ਦੇ ਉੱਪਰ ਕਹਿਰ ਕੀਤਾ ਗਿਆ। ਇਸ ਨੇ ਕੀ ਕੀਤਾ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ ਹੈ ਮਲਕਪੁਰ, ਜੋ ਲਾਹੌਰ ਅਤੇ ਅੰਮ੍ਰਿਤਸਰ ਨੂੰ ਜਿਹੜਾ ਰਸਤਾ ਜੋੜਦਾ ਹੈ, ਉਸ ਸਮੇਂ ਜਿਹੜੀ ਜਰਨੈਲੀ ਸੜਕ ਹੈ, ਜਿਹੜਾ ਮੇਨ ਰਸਤਾ ਹੈ, ਲਾਹੌਰ ਤੋਂ 25 ਕਿਲੋਮੀਟਰ ਦੂਰ ਅਤੇ ਅੰਮ੍ਰਿਤਸਰ ਤੋਂ ਨਜ਼ਦੀਕ ਮਲਕਪੁਰ ਦੇ ਵਿੱਚ ਇਸ ਨੇ ਆਪਣੇ ਵੱਲੋਂ ਇੱਕ ਚੌਂਕੀ ਬਣਾਈ, ਕਿਉਂਕਿ ਇਸ ਨੂੰ ਪਤਾ ਹੈ ਵੀ ਸਿੱਖ ਹੈ ਨਾ, ਉਹ ਭਾਵੇਂ ਮੈਂ ਕਿੰਨੀ ਵੀ ਸਖਤੀ ਕਿਉਂ ਨਾ ਕਰ ਲਵਾਂ, ਉਹ ਦਰਬਾਰ ਸਾਹਿਬ ਜ਼ਰੂਰ ਆਉਂਦੇ ਹੈ। ਦਰਬਾਰ ਸਾਹਿਬ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹੈ, ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਨ। ਸਿੱਖ ਦਰਬਾਰ ਸਾਹਿਬ ਨਾ ਆਉਣ, ਇਹਨਾਂ ਨੂੰ ਰੋਕਿਆ ਜਾਵੇ, ਇਸ ਲਈ ਮਲਕਪੁਰ ਨਗਰ ਦੇ ਵਿੱਚ ਇਸ ਨੇ ਚੌਂਕੀ ਬਣਾਈ। ਤੇ ਇੱਥੋਂ ਦਾ ਜੋ ਮੁਖੀ ਥਾਪਿਆ ਗਿਆ ਇਸ ਚੌਂਕੀ ਦਾ, ਉਹ ਜੋ ਕਿ ਬਹੁਤ ਹੀ ਕਰੂਰ ਬਿਰਤੀ ਦਾ ਮਾਲਕ ਸੀ, ਖਵਾਜਾ ਮਿਰਜ਼ਾ ਉਸ ਦਾ ਨਾਮ ਹੈ। ਇਹ ਆਪਣੇ ਕੋਲ ਇੱਕ ਲੱਕੜ ਦਾ ਹਥੌੜਾ ਰੱਖਦਾ ਸੀ। ਜਦੋਂ ਕਿਸੇ ਸਿੱਖ ਨੂੰ ਇਹ ਗ੍ਰਿਫਤਾਰ ਕਰ ਲੈਂਦਾ, ਲੱਕੜ ਦੇ ਹਥੌੜੇ ਦੇ ਨਾਲ ਉਹਦੇ ਹੱਥ ਪੈਰ ਕੁੱਟਦਾ, ਇਸ ਤਰ੍ਹਾਂ ਦਾ ਤਸੀਹਾ ਦਿੱਤਾ ਜਾਂਦਾ। ਤੇ ਬਾਅਦ ਦੇ ਵਿੱਚ ਉਹ ਲੱਕੜ ਦੇ ਹਥੌੜੇ ਦੀ ਵਰਤੋਂ ਕਰਕੇ ਸਿਰ ਦੇ ਵਿੱਚ ਮਾਰਿਆ ਜਾਂਦਾ, ਜਦੋਂ ਤੱਕ ਸਿੱਖ ਸ਼ਹੀਦ ਨਹੀਂ ਹੋ ਜਾਂਦਾ। ਇਹ ਲੱਕੜ ਦੇ ਹਥੌੜੇ ਦੇ ਨਾਲ ਸਿੱਖਾਂ ਨੂੰ ਤਸੀਹੇ ਦੇ ਕੇ ਇਸ ਤਰੀਕੇ ਦੇ ਨਾਲ ਸ਼ਹੀਦ ਕਰਦਾ ਸੀ। ਇੰਨੀ ਸਖਤੀ ਹੋਣ ਦੇ ਬਾਵਜੂਦ ਵੀ ਸਿੱਖ ਦਰਬਾਰ ਸਾਹਿਬ ਜ਼ਰੂਰ ਆਉਂਦੇ, ਇਸ਼ਨਾਨ ਕਰਦੇ, ਦਰਬਾਰ ਸਾਹਿਬ ਦੇ ਦਰਸ਼ਨ ਕਰਦੇ। ਤੇ ਉਸ ਸਮੇਂ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਰਿਹਾ। ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ ਦਰਬਾਰ ਸਾਹਿਬ ਵਿਖੇ। ਉਂਝ ਸਿੱਖ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵੀ ਆਉਂਦੇ ਆ, ਇਸ਼ਨਾਨ ਕਰਨ ਵੀ ਆਉਂਦੇ ਆ। ਇਹਦੇ ਵੱਲੋਂ ਬਹੁਤ ਜ਼ਿਆਦਾ ਇਸ ਤਰੀਕੇ ਦੇ ਨਾਲ ਸਖਤੀ ਕੀਤੀ ਗਈ। 2 ਨਵੰਬਰ 1753 ਈਸਵੀ ਨੂੰ ਮੀਰ ਮੰਨੂ ਮਲਕਪੁਰ ਨਗਰ ਦੇ ਵਿੱਚ ਜਿਹੜੀ ਚੌਂਕੀ ਬਣੀ ਆ ਉੱਥੇ ਆਇਆ। ਇਹ ਉੱਥੇ ਬੈਠੇਗਾ ਚੌਂਕੀ ਦੇ ਵਿੱਚ, ਤੇ ਕਿਸੇ ਨੇ ਆ ਕੇ ਖਬਰ ਦਿੱਤੀ ਵੀ ਇੱਥੇ ਨੇੜੇ ਨਾ ਕਮਾਦ ਦੇ ਵਿੱਚ ਸਿੱਖ ਲੁਕੇ ਹੋਏ ਐ। ਜਦੋਂ ਇਹਨਾਂ ਨੂੰ ਖਬਰ ਮਿਲੀ, ਇਹਨਾਂ ਨੇ ਆਪਣੇ ਵੱਲੋਂ ਤਿਆਰੀ ਕੀਤੀ। ਖਵਾਜਾ ਮਿਰਜ਼ਾ ਨੇ ਵੀ ਕਿਹਾ ਮੀਰ ਮੰਨੂ ਨੂੰ ਵੀ ਮਾਲਕੋ ਸੂਬੇਦਾਰ ਜੀ, ਤੁਸੀਂ ਚੌਂਕੀ ਦੇ ਵਿੱਚ ਰਹੋ, ਅਸੀਂ ਜਾਂਦੇ ਹਾਂ ਸਿੱਖਾਂ ਨੂੰ ਖਤਮ ਕਰਨ, ਤੁਹਾਨੂੰ ਜਾਣ ਦੀ ਲੋੜ ਨਹੀਂ। ਪਰ ਮੀਰ ਮੰਨੂ ਇੰਨਾ ਹੰਕਾਰਿਆ ਹੋਇਆ, ਇਹ ਕਹਿਣ ਦੇ ਬਾਵਜੂਦ ਵੀ ਰੁਕਿਆ ਨਹੀਂ। ਦੂਸਰੇ ਪਾਸੇ ਵੀ ਉਹ ਸਿੱਖ ਹਨ ਜਿਨ੍ਹਾਂ ਨੂੰ ਇਹ ਖਤਮ ਕਰਨ ਜਾ ਰਿਹਾ ਹੈ, ਜਿਹੜੇ ਹਰ ਰੋਜ਼ ਬਾਣੀ ਦੇ ਵਿੱਚੋਂ ਇਸ ਤਰ੍ਹਾਂ ਦੇ ਸ਼ਬਦ ਪੜ੍ਹਦੇ ਹਨ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ, ਬੋਲ ਨ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨ ਆਵੈ ਮੇਰੇ RAM ਰਾਏ, ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੈ ਨੇਰੇ, ਜੋ ਤੇਰਾ ਰੰਗ ਰਾਤੇ ਸੁਆਮੀ, ਤਿਨਕਾ ਜਨਮ ਮਰਨ ਦੁਖ ਨਾਸ਼ਾ,
ਤੇਰੀ ਬਖਸ਼ ਨਾ ਮੇਟਾ ਕੋਈ, ਸਤਿਗੁਰ ਕਾ ਦੇ ਲਾਸਾ। ਆਖਰ ਉਹ ਸਿੱਖ ਹਨ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰਦੇ ਹਨ, ਤੇ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਦੀ ਅਰਦਾਸ ਬੇਨਤੀ ਨੂੰ ਵੀ ਸਵੀਕਾਰ ਕਰਨਾ। ਮੀਰ ਮੰਨੂ ਕਹਿਣ ਦੇ ਬਾਵਜੂਦ ਚੌਂਕੀ ਦੇ ਵਿੱਚ ਰੁਕਿਆ ਨਹੀਂ। ਖਵਾਜਾ ਮਿਰਜ਼ਾ ਅਤੇ ਹੋਰ ਸਿਪਾਹੀਆਂ ਦੇ ਨਾਲ ਸਿੱਖਾਂ ਨੂੰ ਖਤਮ ਕਰਨ ਦੇ ਲਈ ਚਲਿਆ ਗਿਆ। ਜਿਹੜੀ ਕਮਾਦ ਦੇ ਵਿੱਚ ਸਿੱਖ ਲੁਕੇ ਹੋਏ ਐ, ਉਸ ਕਮਾਦ ਨੂੰ ਇਹਨਾਂ ਵੱਲੋਂ ਘੇਰਾ ਪਾ ਲਿਆ ਗਿਆ। ਹੁਣ ਅੰਦਰ ਜਿਹੜੇ ਸਿੱਖ ਹਨ ਉਹਨਾਂ ਨੂੰ ਘੋੜੇ ਦੀਆਂ ਟਾਪਾਂ ਤੋਂ ਅੰਦਾਜ਼ਾ ਹੋ ਗਿਆ ਵੀ ਸਾਨੂੰ ਘੇਰਾ ਪੈ ਚੁੱਕਿਆ। ਉਹਨਾਂ ਨੇ ਅੰਦਰ ਬੈਠਿਆਂ ਨੇ ਫੈਸਲਾ ਕੀਤਾ ਵੀ ਜੇ ਅਸੀਂ ਬਚਣਾ ਚਾਹੁੰਦੇ ਹਾਂ, ਸਾਨੂੰ ਇਹ ਵੇਖਣਾ ਪਵੇਗਾ ਵੀ ਜੋ ਫੌਜ ਆਈ ਹੈ, ਸਿਪਾਹੀ ਆਏ ਆ, ਇਹਨਾਂ ਦਾ ਮੁਖੀ ਕਿਹੜਾ ਹੈ, ਤੇ ਉਹ ਮੁਖੀ ਸਾਨੂੰ ਮਾਰਨਾ ਪਵੇਗਾ। ਜੇ ਮੁਖੀ ਮਰ ਜਾਵੇਗਾ, ਸਿਪਾਹੀ ਆਪੀ ਦੌੜ ਜਾਣਗੇ ਤੇ ਅਸੀਂ ਬਚ ਜਾਵਾਂਗੇ। ਸਿੱਖਾਂ ਨੇ ਕਮਾਦ ਦੇ ਵਿੱਚ ਬੈਠਿਆਂ ਨੇ ਆਪਣੇ ਵੱਲੋਂ ਕੋਸ਼ਿਸ਼ ਕਰਕੇ ਪਤਾ ਕੀਤਾ ਵੀ ਇੱਥੇ ਜਿਹੜਾ ਮੁਖੀ ਆ ਉਹ ਮੀਰ ਮੰਨੂ ਖੁਦ ਆਏ ਹੈ, ਤੇ ਜਿਹੜੀ ਸਾਈਡ ਤੇ ਮੀਰ ਮੰਨੂ ਰੁਕਿਆ ਹੋਇਆ ਕਮਾਦ ਵਾਲੀ ਸਾਈਡ ਤੇ, ਸਿੱਖਾਂ ਨੇ ਕੀ ਕੀਤਾ, ਉਸ ਪਾਸੇ ਆਪਣੇ ਵੱਲੋਂ ਜੋ ਉਹਨਾਂ ਦੇ ਕੋਲ ਬੰਦੂਕਾਂ ਸਨ ਉਸ ਸਮੇਂ, ਉਹਨਾਂ ਦਾ ਇੱਕੇ ਲਖਤ ਹੀ ਫਾਇਰ ਖੋਲ ਦਿੱਤਾ। ਤੇ ਮੀਰ ਮੰਨੂ ਆਪਣੇ ਜਾਣੇ ਤਾਂ ਉਹ ਸਿੱਖਾਂ ਨੂੰ ਖਤਮ ਕਰਨ ਆਇਆ, ਉਹਨੂੰ ਕੋਈ ਡਰ ਨਹੀਂ ਵੀ ਇੱਥੇ ਮੇਰੀ ਮੌਤ ਵੀ ਹੋ ਸਕਦੀ ਹੈ। ਇਸ ਤਰ੍ਹਾਂ ਦੇ ਖਿਆਲ ਤਾਂ ਉਹਦੇ ਮਾਈਂਡ ਵਿੱਚ ਹੈ ਹੀ ਨਹੀਂ। ਆਖਰ ਜਦੋਂ ਸਿੱਖਾਂ ਵੱਲੋਂ ਇੱਕੇ ਲਖਤ ਫਾਇਰ ਕੀਤੇ ਗਏ ਮੀਰ ਮੰਨੂ ਤੇ, ਮੀਰ ਮੰਨੂ ਦਾ ਘੋੜਾ ਡਰ ਗਿਆ, ਉਹ ਦੌੜ ਪਿਆ। ਮੀਰ ਮੰਨੂ ਅਵੇਸਲਾ ਬੈਠਾ ਸੀ, ਘੋੜੇ ਤੋਂ ਡਿੱਗ ਪਿਆ, ਡਿੱਗਿਆ ਲੇਕਿਨ ਰਕਾਬ ਦੇ ਵਿੱਚ ਪੈਰ ਫਸਿਆ ਰਹਿ ਗਿਆ। ਹੁਣ ਜਦੋਂ ਘੋੜਾ ਦੌੜਦਾ ਹੈ, ਜਦੋਂ ਘੋੜਾ ਭੱਜਦਾ ਹੈ, ਮੀਰ ਮੰਨੂ ਉਹਦੀਆਂ ਲੱਤਾਂ ਦੇ ਵਿੱਚ ਵੱਜਦਾ ਹੈ, ਹੇਠਾਂ ਲਮਕ ਰਿਹਾ, ਪੈਰ ਰਕਾਬ ਵਿੱਚ ਫਸਿਆ ਹੋਇਆ। ਘੋੜਾ ਉਸ ਤੋਂ ਜ਼ਿਆਦਾ ਡਰ ਜਾਂਦਾ ਜਦੋਂ ਲੱਤਾਂ ਦੇ ਵਿੱਚ ਮੀਰ ਮੰਨੂ ਵੱਜਦਾ। ਉਹ ਘੋੜਾ ਇੱਕ ਜੰਗਲ ਦੇ ਵਿੱਚ ਚਲਿਆ ਗਿਆ, ਨਹੀਂ ਰੁਕਿਆ। ਉਸ ਦੀ ਬਹੁਤ ਜ਼ਿਆਦਾ ਸਪੀਡ ਸੀ। ਮੀਰ ਮੰਨੂ ਕਦੇ ਘੋੜੇ ਨਾਲ ਵੱਜਦਾ, ਕਦੇ ਦਰਖਤਾਂ ਨਾਲ ਵੱਜਦਾ, ਇਹਦਾ ਅੰਗ ਅੰਗ ਖਿੱਲਰ ਗਿਆ। ਤੇ ਮੀਰ ਮੰਨੂ 1754 ਈਸਵੀ ਦੇ ਵਿੱਚ ਇਸ ਤਰੀਕੇ ਦੀ ਮੌਤ ਮਰ ਗਿਆ। 1754 ਈਸਵੀ ਦੇ ਵਿੱਚ ਇਸ ਦੀ ਮੌਤ ਹੋ ਗਈ। ਤੇ ਇਹ ਬਹੁਤ ਥੋੜਾ ਸਮਾਂ ਰਿਹਾ। 1748 ਦੇ ਵਿੱਚ ਇਹ ਸੂਬੇਦਾਰ ਬਣਿਆ ਤੇ 1754 ਦੇ ਵਿੱਚ ਇਸ ਦੀ ਮੌਤ ਹੋ ਗਈ ਹੈ। ਤਕਰੀਬਨ 5-6 ਸਾਲ ਇਹ ਲਾਹੌਰ ਦਾ ਸੂਬੇਦਾਰ ਬਣਿਆ ਰਿਹਾ, ਲੇਕਿਨ ਇਸ ਨੇ ਇੰਨੇ ਕੁ ਸਮੇਂ ਦੇ ਦੌਰਾਨ ਤਕਰੀਬਨ 30,000 ਸਿੱਖ ਸ਼ਹੀਦ ਕੀਤਾ 6 ਸਾਲਾਂ ਦੇ ਵਿੱਚ। ਤੇ ਇਸ ਨੇ ਛੋਟੇ ਛੋਟੇ ਬੱਚਿਆਂ ਨੂੰ ਵੀ ਸ਼ਹੀਦ ਕੀਤਾ। ਉਹਨਾਂ ਦੇ ਤਨ ਦੇ ਟੋਟੇ ਬਣ ਕਰਕੇ ਹਾਰ ਬਣਾ ਕੇ ਸਿੱਖ ਬੀਬੀਆਂ ਦੇ ਗਲਿਆਂ ਦੇ ਵਿੱਚ ਪਾ ਦਿੱਤੇ ਗਏ। ਇਸ ਤਰ੍ਹਾਂ ਦੇ ਤਸੀਹੇ ਵੀ ਇਸ ਦੇ ਵੱਲੋਂ ਦਿੱਤੇ ਗਏ ਹਨ। ਜਦੋਂ ਇਸ ਦੀ ਮੌਤ ਹੋ ਗਈ, ਇਹਦੀ ਮੌਤ ਤੋਂ ਬਾਅਦ ਲਾਹੌਰ ਦਾ ਸੂਬੇਦਾਰ, ਇਹਦਾ ਪੁੱਤਰ ਜੋ 3 ਸਾਲ ਦਾ ਅਮੀਨ ਖਾਨ, ਉਸ ਨੂੰ ਬਣਾ ਦਿੱਤਾ ਗਿਆ। 3 ਸਾਲ ਦਾ ਪੁੱਤਰ ਹੈ ਇਸ ਦਾ ਅਮੀਨ ਖਾਨ। ਤੇ ਇਸ ਮੀਰ ਮੰਨੂ ਦੇ ਘਰ ਵਾਲੀ ਹੈ ਜੋ ਮੁਗਲਾਨੀ ਬੇਗਮ, ਉਸ ਨੂੰ ਉਸ ਦੀ ਰੱਖਿਆ ਦੇ ਵਾਸਤੇ ਰੱਖਿਆ ਗਿਆ, ਅਮੀਨ ਖਾਨ ਦੀ। ਜਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਅਸਲ ਦੇ ਵਿੱਚ ਅਮੀਨ ਖਾਨ ਤਖਤ ਤੇ ਬੈਠਾ ਹੈ, ਇੱਕ 3 ਸਾਲ ਦਾ ਬੱਚਾ, ਤੇ ਜੋ ਮੁਗਲਾਨੀ ਬੇਗਮ ਹੈ ਅਸਲ ਦੇ ਵਿੱਚ ਉਹੀ ਲਾਹੌਰ ਦੀ ਸੂਬੇਦਾਰ ਹੈ, ਇੱਕ ਔਰਤ ਜੋ ਮੀਰ ਮੰਨੂ ਦੇ ਘਰ ਵਾਲੀ ਹੈ। ਭਾਵੇਂ ਕਿ ਤਖਤ ਦੇ ਉੱਪਰ ਮੀਰ ਮੰਨੂ ਦੇ ਪੁੱਤਰ ਨੂੰ ਜਾਂ ਮੁਗਲਾਨੀ ਬੇਗਮ ਦੇ ਪੁੱਤਰ ਨੂੰ ਬਿਠਾਇਆ ਗਿਆ, ਲੇਕਿਨ 3 ਸਾਲ ਦਾ ਬੱਚਾ
ਕਿਵੇਂ ਸੂਬੇਦਾਰੀ ਦੇ ਅਹੁਦੇ ਨੂੰ ਸੰਭਾਲ ਸਕਦਾ ਹੈ। ਤਖਤ ਤੇ ਬੱਚਾ ਬੈਠਾ ਹੈ, ਲੇਕਿਨ ਸੂਬੇਦਾਰ ਜੋ ਮੁਗਲਾਨੀ ਬੇਗਮ ਹੈ। ਮੀਰ ਮੰਨੂ ਦਾ ਇੱਕ ਬਹੁਤ ਹੀ ਵਫਾਦਾਰ ਜਰਨੈਲ ਹੋਇਆ ਭਿਖਾਰੀ ਖਾਨ। ਭਿਖਾਰੀ ਖਾਨ ਨੂੰ ਇਸ ਗੱਲ ਤੇ ਇਤਰਾਜ਼ ਸੀ ਵੀ ਇੱਕ ਬੱਚੇ ਨੂੰ ਸੂਬੇਦਾਰ ਕਿਉਂ ਬਣਾਇਆ ਗਿਆ। ਅਸਲ ਦੇ ਵਿੱਚ ਮੈਨੂੰ ਸੂਬੇਦਾਰ ਬਣਾਉਣਾ ਚਾਹੀਦਾ ਸੀ। ਉਹਦੇ ਮਨ ਦੇ ਵਿੱਚ ਇਹ ਲਾਲਸਾ ਸੀ, ਲਾਹੌਰ ਦਾ ਸੂਬੇਦਾਰ ਮੈਂ ਬਣਨਾ ਚਾਹੀਦਾ ਸੀ, ਕਿਉਂਕਿ ਮੈਂ ਮੀਰ ਮੰਨੂ ਦਾ ਬਹੁਤ ਵਫਾਦਾਰ ਜਰਨੈਲ ਰਿਹਾ। ਲੇਕਿਨ ਉਹ ਬਣ ਨਹੀਂ ਸਕਿਆ, ਮੁਗਲਾਨੀ ਬੇਗਮ ਬਣ ਗਈ। ਤੇ ਭਿਖਾਰੀ ਖਾਨ ਨੇ ਇਸ ਈਰਖਾ ਦੇ ਵਿੱਚ ਆ ਕੇ ਵੀ ਮੈਨੂੰ ਸੂਬੇਦਾਰ ਨਹੀਂ ਬਣਾਇਆ ਗਿਆ, ਇੱਕ ਹਿਜੜੇ ਦੇ ਰਾਹੀਂ। ਹੁਣ ਇਸ ਗੱਲ ਨੂੰ ਸਮਝਣਾ, ਜਿਹੜੇ ਪੁਰਾਣੇ ਬਾਦਸ਼ਾਹ ਹੋਏ ਆ ਜਿੰਨੇ ਵੀ, ਭਾਵੇਂ ਉਹ ਔਰੰਗਜ਼ੇਬ ਹੋਇਆ ਜਾਂ ਕੋਈ ਹੋਰ ਹੋਇਆ, ਅਹਿਮਦ ਸ਼ਾਹ ਅਬਦਾਲੀ ਹੋਇਆ, ਨਾਦਰ ਸ਼ਾਹ ਹੋਇਆ, ਕੋਈ ਵੀ ਹੋਇਆ, ਉਹਦੇ ਮਹਿਲਾਂ ਦੇ ਵਿੱਚ ਜੋ ਮਹਾਰਾਣੀਆਂ ਹੁੰਦੀਆਂ ਸਨ, ਉਸ ਦੀਆਂ ਰਾਣੀਆਂ ਹੁੰਦੀਆਂ ਸਨ, ਉਹਨਾਂ ਦੇ ਲਈ ਇੱਕ ਵੱਖਰੀ ਜਗ੍ਹਾ ਹੁੰਦੀ ਸੀ ਰਹਿਣ ਦੇ ਲਈ। ਤੇ ਉਹ ਆਪਣੀ ਹਿਫਾਜ਼ਤ ਖੁਦ ਨਹੀਂ ਕਰ ਸਕਦੀਆਂ। ਇੱਕ ਔਰਤ ਮਰਦ ਦੇ ਬਰਾਬਰ ਕੋਮਲ ਹੈ, ਆਪਣੀ ਹਿਫਾਜ਼ਤ ਨਹੀਂ ਕਰ ਸਕਦੀ। ਵੈਸੇ ਗੁਰਬਾਣੀ ਦਾ ਸਿਧਾਂਤ ਹੋਰ ਹੈ, ਗੁਰਬਾਣੀ ਨੇ ਔਰਤ ਨੂੰ ਬਰਾਬਰ ਦਾ ਦਰਜਾ ਦਿੱਤਾ ਹੈ। ਗੁਰਬਾਣੀ ਨੇ ਔਰਤ ਨੂੰ ਮਰਦ ਦਾ ਬਰਾਬਰ ਦਾ ਦਰਜਾ ਦਿੱਤਾ ਹੈ। ਤੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਤਾਂ ਸਿੱਖ ਔਰਤਾਂ ਵੀ ਇਹੋ ਜਿਹੀਆਂ ਹੋਈਆਂ ਜਿਨ੍ਹਾਂ ਨੇ ਜੰਗਾਂ ਕੀਤੀਆਂ, ਮਾਤਾ ਭਾਗ ਕੌਰ ਵਰਗੀਆਂ, ਜੋ ਹਥਿਆਰ ਚਲਾਉਣ ਦੇ ਵਿੱਚ ਬਹੁਤ ਜ਼ਿਆਦਾ ਮਾਹਰ ਸਨ। ਪਰ ਜੋ ਰਾਣੀਆਂ ਹੁੰਦੀਆਂ ਸਨ ਵੀ ਉਹ ਆਪਣੀ ਹਿਫਾਜ਼ਤ ਨਹੀਂ ਕਰ ਸਕਦੀਆਂ। ਇਸ ਕਰਕੇ ਜਿਹੜੇ ਟਿਕਾਣੇ ਤੇ ਉਹ ਰਹਿ ਰਹੀਆਂ ਹੁੰਦੀਆਂ ਸਨ, ਕਿਸੇ ਵੀ ਕਿਲੇ ਦੇ ਵਿੱਚ, ਕਿਸੇ ਮਹਿਲ ਦੇ ਵਿੱਚ, ਉੱਥੇ ਉਹਨਾਂ ਦੀ ਹਿਫਾਜ਼ਤ ਦੇ ਲਈ ਹਿਜੜੇ ਰੱਖੇ ਜਾਂਦੇ ਸਨ ਵੀ ਤਾਂ ਕਿ ਜੇ ਕੋਈ ਬਾਹਰੋਂ ਹਮਲਾ ਹੋਵੇਗਾ ਤੇ ਇਹ ਰਾਣੀਆਂ ਦੀ ਹਿਫਾਜ਼ਤ ਹਿਜੜੇ ਕਰਨਗੇ। ਤੇ ਇਹ ਭਿਖਾਰੀ ਖਾਨ ਨੇ ਕੀ ਕੀਤਾ, ਇੱਕ ਹਿਜੜੇ ਦੇ ਰਾਹੀਂ ਮੁਗਲਾਨੀ ਬੇਗਮ ਦੇ ਬੱਚੇ ਨੂੰ ਜ਼ਹਿਰ ਖਵਾ ਦਿੱਤੀ, ਜਿਸ ਦੇ ਕਰਕੇ ਅਮੀਨ ਖਾਨ ਦੀ ਮੌਤ ਹੋ ਗਈ। ਉਹ 3 ਸਾਲ ਦਾ ਬੱਚਾ ਮਰ ਗਿਆ। ਉਸ ਤੋਂ ਬਾਅਦ ਮੁਗਲਾਨੀ ਬੇਗਮ ਲਾਹੌਰ ਦੀ ਸੂਬੇਦਾਰ ਬਣੀ। 1754, 55, 56 ਤੇ 57 ਇੰਨੇ ਕੁ ਸਾਲਾਂ ਦੇ ਵਿੱਚ ਲਾਹੌਰ ਦੇ 9 ਸੂਬੇਦਾਰ ਬਦਲ ਗਏ। ਕਦੇ ਮੁਗਲਾਨੀ ਬੇਗਮ ਬਣ ਜਾਂਦੀ ਹੈ, ਕਦੇ ਕਿਸੇ ਹੋਰ ਨੂੰ ਬਣਾ ਦਿੱਤਾ ਜਾਂਦਾ ਹੈ। ਅਖੀਰ ਤੇ 1757 ਈਸਵੀ ਦੇ ਵਿੱਚ ਮੁਗਲਾਨੀ ਬੇਗਮ ਹੀ ਲਾਹੌਰ ਦੀ ਸੂਬੇਦਾਰ ਬਣੀ। ਹੁਣ ਲਾਹੌਰ ਦਾ ਸੂਬੇਦਾਰ ਕੋਈ ਵੀ ਬਹੁਤਾ ਚਿਰ ਟਿਕ ਨਹੀਂ ਰਿਹਾ। ਅਹਿਮਦ ਸ਼ਾਹ ਅਬਦਾਲੀ 1754 ਦੇ ਵਿੱਚ ਅਫਗਾਨਿਸਤਾਨ ਚਲਿਆ ਗਿਆ। ਮੀਰ ਮੰਨੂ ਦੀ ਮੌਤ ਹੋ ਗਈ ਹੈ ਤੇ ਸਿੱਖਾਂ ਦਾ ਪੰਜਾਬ ਦੇ ਵਿੱਚ ਬੋਲਬਾਲਾ ਹੋ ਗਿਆ। ਅਸਲ ਦੇ ਵਿੱਚ ਜੋ ਪੰਜਾਬ ਦੀ ਧਰਤੀ ਹੈ ਨਾ, ਇਹ ਸਿੱਖਾਂ ਦੇ ਨਾਮ ਕਰਕੇ ਹੀ ਜਾਣੀ ਜਾਂਦੀ ਹੈ। ਜਾਂ ਇਹ ਅਸੀਂ ਸ਼ਬਦ ਵੀ ਬੋਲਦੇ ਹਾਂ, ਮੁਹਾਵਰੇ ਬੋਲਦੇ ਹਾਂ, ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ, ਜਦ ਕਿ ਇੱਥੇ ਹੋਰ ਵੀ ਬਹੁਤ ਜ਼ਿਆਦਾ ਕੌਮਾਂ ਰਹਿੰਦੀਆਂ ਹਨ, ਹੋਰ ਵੀ ਲੋਕ ਰਹਿੰਦੇ ਹਨ, ਪਰ ਪੰਜਾਬ ਨੂੰ ਸਿੱਖ ਜਾਂ ਗੁਰੂ ਦੇ ਨਾਮ ਤੇ ਜਾਣਿਆ ਜਾਂਦਾ ਹੈ। ਆਖਰ ਜੋ ਆਮ ਲੋਕ ਸਨ, ਨਗਰਾਂ ਦੇ ਵਿੱਚ ਰਹਿਣ ਵਾਲੇ, ਉਹਨਾਂ ਨੇ ਸਿੱਖਾਂ ਦੇ ਨਾਲ ਇੱਕ ਸਲਾਹ ਮਸ਼ਵਰਾ ਕੀਤਾ ਵੀ ਤੁਹਾਡਾ ਇੱਥੇ ਪੰਜਾਬ ਦੇ ਵਿੱਚ ਬੋਲਬਾਲਾ ਹੈ, ਤੁਸੀਂ ਸਾਡੀ ਹਿਫਾਜ਼ਤ ਕਰੋ। ਤੇ ਉਸ ਸਮੇਂ 3 ਫੈਸਲੇ ਲਏ ਗਏ। ਇੱਕ ਤਾਂ ਆਮ ਲੋਕਾਂ ਦੇ ਨਾਲ ਇਹ ਵਾਅਦਾ ਕੀਤਾ ਗਿਆ ਵੀ ਤੁਸੀਂ ਆਪਣੀ ਫਸਲ ਦੇ ਵਿੱਚੋਂ 5ਵਾਂ ਹਿੱਸਾ ਸਾਨੂੰ ਦੇਵੋਗੇ, ਭਾਵੇਂ ਕੋਈ ਬਾਹਰੋਂ ਨਾਦਰ ਸ਼ਾਹ ਆਵੇ, ਭਾਵੇਂ ਕੋਈ ਅਹਿਮਦ ਸ਼ਾਹ ਅਬਦਾਲੀ ਆਵੇ, ਕੋਈ ਵੀ ਆਵੇ,
ਅਸੀਂ ਤੁਹਾਡੀ ਹਿਫਾਜ਼ਤ ਕਰਾਂਗੇ, ਉਹ ਤੁਹਾਨੂੰ ਲੁੱਟ ਕੇ ਨਹੀਂ ਲਿਜਾ ਸਕੇਗਾ, ਨਾ ਤੁਹਾਡੀ ਫਸਲ ਨੂੰ, ਨਾ ਧਨ ਦੌਲਤ ਨੂੰ, ਨਾ ਜਵਾਨੀ ਨੂੰ। ਸਿੱਖਾਂ ਨੇ ਪੰਜਾਬ ਦੇ ਆਮ ਲੋਕਾਂ ਨਾਲ ਇਹ ਵਾਅਦਾ ਕੀਤਾ, ਫਸਲ ਦੇ ਵਿੱਚੋਂ 5ਵਾਂ ਹਿੱਸਾ ਸਾਨੂੰ ਦਿੱਤਾ ਜਾਵੇ, ਅਸੀਂ ਬਾਹਰੀ ਜਿਹੜੇ ਹਮਲਾਵਰ ਆਉਂਦੇ ਐ ਅਸੀਂ ਉਹਨਾਂ ਤੋਂ ਤੁਹਾਡੀ ਹਿਫਾਜ਼ਤ ਕਰਾਂਗੇ, ਤੇ ਜੇਕਰ ਕੋਈ ਨਹੀਂ ਵੀ ਦੇ ਸਕੇਗਾ 5ਵਾਂ ਹਿੱਸਾ ਤਾਂ ਕੋਈ ਗੱਲ ਨਹੀਂ, ਜੇਕਰ ਕਿਸੇ ਵਿੱਚ ਪਹੁੰਚ ਨਹੀਂ ਹੈ 5ਵਾਂ ਹਿੱਸਾ ਦੇਣ ਦੀ, ਤਾਂ ਜੇ ਉਹ ਆਪਣੀ ਫਸਲ ਵਿੱਚੋਂ 5ਵਾਂ ਹਿੱਸਾ ਨਹੀਂ ਦੇਵੇਗਾ ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਕੋਈ ਉਸ ਦੇ ਉੱਪਰ ਵਧੀਕੀ ਨਹੀਂ ਕਰਾਂਗੇ, ਕੋਈ ਧੱਕਾ ਨਹੀਂ ਕਰਾਂਗੇ, ਕੋਈ ਉਸ ਨੂੰ ਮਜਬੂਰ ਨਹੀਂ ਕਰਾਂਗੇ ਵੀ 5ਵਾਂ ਹਿੱਸਾ ਸਾਨੂੰ ਦੇ। ਇੱਕ ਫੈਸਲਾ ਇਹ ਲਿਆ ਗਿਆ। ਦਰਬਾਰ ਸਾਹਿਬ ਵਿਖੇ ਦੂਸਰਾ ਫੈਸਲਾ ਇਹ ਲਿਆ ਗਿਆ ਵੀ ਜਿਹੜੇ ਗਦਾਰ ਨੇ, ਜਿਨ੍ਹਾਂ ਨੇ ਸਿੱਖਾਂ ਨੂੰ ਗ੍ਰਿਫਤਾਰ ਕਰਵਾਇਆ ਜਾਂ ਹਕੂਮਤ ਦੇ ਨਾਲ ਰਲੇ ਹੋਏ ਹੈ, ਉਹਨਾਂ ਨੂੰ ਖਤਮ ਕੀਤਾ ਜਾਵੇ। ਤੀਸਰਾ ਫੈਸਲਾ ਇਹ ਲਿਆ ਗਿਆ ਵੀ ਜੋ ਰਾਮ ਰੌਣੀ ਬਣਾਈ ਗਈ ਹੈ 4 ਦੀਵਾਰੀ ਕਰਕੇ, ਉਸ ਨੂੰ ਕਿਲਾ ਬਣਾਇਆ ਜਾਵੇ, ਤੇ ਜੱਸਾ ਸਿੰਘ ਦੀ ਡਿਊਟੀ ਲਗਾਈ ਗਈ, ਜ਼ਿੰਮੇਵਾਰੀ ਉਸ ਨੂੰ ਸੌਂਪੀ ਗਈ ਵੀ ਤੁਸੀਂ ਕਿਲਾ ਬਣਾਉਣਾ ਹੈ, ਤੇ ਉਹ ਕਿਲਾ ਬਣਾਇਆ ਗਿਆ ਸਿੱਖਾਂ ਦੇ ਵੱਲੋਂ ਦਰਬਾਰ ਸਾਹਿਬ ਤੋਂ 2 ਕਿਲੋਮੀਟਰ ਦੀ ਦੂਰੀ ਤੇ, ਜਿਸ ਦਾ ਨਾਮ ਰਾਮਗੜ੍ਹ ਸੀ, ਕਿਲਾ ਰਾਮਗੜ੍ਹ। ਤੇ ਉੱਥੋਂ ਹੀ ਜੱਸਾ ਸਿੰਘ ਦੇ ਨਾਮ ਦੇ ਨਾਲ ਰਾਮਗੜ੍ਹੀਆ ਸ਼ਬਦ ਜੁੜਿਆ ਗਾ, ਕਿਉਂਕਿ ਇਹ ਬਣਾਇਆ ਉਸ ਨੇ ਸੀ। 1757 ਈਸਵੀ ਦੇ ਵਿੱਚ ਜੋ ਮੁਗਲਾਨੀ ਬੇਗਮ ਹੈ, ਉਹ ਅਹਿਮਦ ਸ਼ਾਹ ਅਬਦਾਲੀ ਨੂੰ ਸੁਨੇਹਾ ਭੇਜਦੀ ਹੈ ਵੀ ਤੂੰ ਇੱਕ ਹਮਲਾ ਹੋਰ ਕਰ ਹਿੰਦੁਸਤਾਨ ਦੇ ਉੱਪਰ। ਅਹਿਮਦ ਸ਼ਾਹ ਅਬਦਾਲੀ 1757 ਜਨਵਰੀ ਦੇ ਤੀਸਰੇ ਹਫ਼ਤੇ ਹਮਲਾ ਕਰਦਾ ਹੈ ਹਿੰਦੁਸਤਾਨ ਤੇ। ਉਹ ਜਦੋਂ ਪੰਜਾਬ ਦੇ ਵਿੱਚ ਐਂਟਰ ਹੁੰਦਾ ਹੈ ਲਾਹੌਰ ਦੇ ਰਾਹੀਂ, ਤੇ ਸਿੱਖ ਉਸ ਦੇ ਪੈਰ ਨਹੀਂ ਲੱਗਣ ਦਿੰਦੇ, ਇਸ ਦੇ ਉੱਪਰ ਹਮਲਾ ਕਰਦੇ ਹੈ ਵੀ ਤਾਂ ਕਿ ਇਹ ਪੰਜਾਬ ਦੇ ਵਿੱਚ ਕੋਈ ਨੁਕਸਾਨ ਨਾ ਕਰ ਸਕੇ। ਤੇ ਅਹਿਮਦ ਸ਼ਾਹ ਅਬਦਾਲੀ ਵੀ ਸਮਝਦਾ ਵੀ ਸਿੱਖਾਂ ਦੇ ਨਾਲ ਲੜਨਾ ਉਸਨੇ ਚੰਗਾ ਨਹੀਂ ਸਮਝਿਆ, ਕਿਉਂਕਿ ਉਹ ਸਮਝਦਾ ਵੀ ਪੰਜਾਬ ਦੇ ਵਿੱਚ ਸਿੱਖਾਂ ਦੀ ਕੀ ਤਾਕਤ ਹੈ। ਉਹ ਪਹਿਲਾਂ ਵੀ ਲੁੱਟਿਆ ਜਾ ਚੁੱਕਿਆ ਸਿੱਖਾਂ ਦੇ ਹੱਥੋਂ, ਨਾਦਰ ਸ਼ਾਹ ਦੇ ਨਾਲ ਆਇਆ, ਉਦੋਂ ਵੀ ਸਿੱਖਾਂ ਦੀ ਬਹਾਦਰੀ ਦੇ ਉਹਨੇ ਕਿੱਸੇ ਸੁਣੇ ਹੈ। ਤੇ ਅਹਿਮਦ ਸ਼ਾਹ ਅਬਦਾਲੀ ਪੰਜਾਬ ਦੇ ਵਿੱਚ ਦੀ ਲੰਘ ਗਿਆ ਜ਼ਰੂਰ, ਲੇਕਿਨ ਉਹਨੇ ਪੰਜਾਬ ਦੇ ਉੱਪਰ ਕੋਈ ਹਮਲਾ ਨਹੀਂ ਕੀਤਾ, ਕੋਈ ਨਗਰਾਂ ਨੂੰ ਉਜਾੜਿਆ ਨਹੀਂ, ਕਿਸੇ ਨੂੰ ਲੁੱਟਿਆ ਨਹੀਂ, ਤੇ ਦਿੱਲੀ ਦੇ ਵਿੱਚ ਪਹੁੰਚ ਗਿਆ। ਮੁਗਲਾਨੀ ਬੇਗਮ ਦੇ ਕਹਿਣ ਤੇ ਉਸਨੇ ਹਮਲਾ ਕੀਤਾ ਹਿੰਦੁਸਤਾਨ ਤੇ। ਤੇ ਜਦੋਂ ਦਿੱਲੀ ਦੇ ਵਿੱਚ ਪਹੁੰਚਿਆ, ਜੋ ਦਿੱਲੀ ਦਾ ਬਾਦਸ਼ਾਹ ਸ਼ਾਹ ਆਲਮ ਉਸ ਸਮੇਂ 1757 ਈਸਵੀ ਦੇ ਵਿੱਚ, ਤੇ ਜਿਹੜੇ ਉਹਦੇ ਉੱਚ ਅਧਿਕਾਰੀ ਹੈ, ਉਹ ਅੱਗੋਂ ਹੋ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਬੜੀ ਨਿਮਰਤਾ ਨਾਲ ਮਿਲੇ, ਇਹਦੀ ਗੁਲਾਮੀ ਨੂੰ ਕਬੂਲ ਕਰ ਲਿਆ, ਕੋਈ ਇਹਦੇ ਹਮਲੇ ਦਾ ਜਵਾਬ ਨਹੀਂ ਦਿੱਤਾ। ਆਪ ਖੁਦ ਅਹਿਮਦ ਸ਼ਾਹ ਅਬਦਾਲੀ ਨੂੰ ਲਿਜਾ ਕੇ ਲਾਲ ਕਿਲੇ ਦੇ ਵਿੱਚ ਤਖਤ ਤੇ ਬਿਠਾਇਆ ਸ਼ਾਹ ਆਲਮ ਦੇ ਵੱਲੋਂ ਵੀ ਇੱਥੇ ਬੈਠੋ ਜੀ, ਤੁਸੀਂ ਆਰਾਮ ਕਰੋ। ਮੈਂ ਤੁਹਾਡੇ ਨਾਲ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਵੀ ਨਾਦਰ ਸ਼ਾਹ ਨੇ ਜਦੋਂ ਹਮਲਾ ਕੀਤਾ ਸੀ, ਉਹ ਤਖਤੇ ਤੌਸ ਪੁੱਟ ਕੇ ਲੈ ਗਿਆ ਸੀਗਾ ਲਾਲ ਕਿਲੇ ਦਾ, ਲੇਕਿਨ ਉਹ ਤਖਤੇ ਤੌਸ ਤਾਂ ਨਹੀਂ ਹੈ ਜਿਹੜਾ ਉਸ ਸਮੇਂ ਤਖਤ ਬਣਾਇਆ ਹੋਇਆ। ਅਹਿਮਦ ਸ਼ਾਹ ਅਬਦਾਲੀ ਨੂੰ ਉਸ ਦੇ ਉੱਪਰ ਬਿਠਾਇਆ ਗਿਆ, ਤੇ ਅਹਿਮਦ ਸ਼ਾਹ ਅਬਦਾਲੀ ਨੇ ਇੱਥੋਂ 17 ਕਰੋੜ ਰੁਪਈਆ ਲੁੱਟਿਆ ਇਸ ਹਮਲੇ ਦੇ ਦੌਰਾਨ। ਤੇ ਅਹਿਮਦ ਸ਼ਾਹ ਅਬਦਾਲੀ ਨੇ ਜਿਹੜਾ ਇਸ ਦਾ ਪੁੱਤਰ ਹੈ ਤੈਮੂਰ ਸ਼ਾਹ, ਉਹਦਾ ਵਿਆਹ ਕੀਤਾ ਗਿਆ, ਜੋ ਦਿੱਲੀ ਦਾ ਬਾਦਸ਼ਾਹ ਸ਼ਾਹ ਆਲਮ, ਉਸ ਦੀ ਲੜਕੀ ਦੇ ਨਾਲ, ਜਿਸ ਦਾ ਨਾਮ ਅਫਸਾਨੋ ਬੇਗਮ ਹੈ, ਉਹਦੇ ਨਾਲ ਵਿਆਹ ਕਰ ਦਿੱਤਾ। ਨਾਦਰ ਸ਼ਾਹ ਵੀ ਜਦੋਂ ਆਇਆ, ਉਹ ਵੀ ਜੋ ਮੁਹੰਮਦ ਸ਼ਾਹ ਰੰਗੀਲਾ ਬਾਦਸ਼ਾਹ ਸੀ, ਉਹਦੀ ਲੜਕੀ ਦੇ ਨਾਲ ਆਪਣੇ ਪੁੱਤਰ ਨੂੰ ਵਿਆਹ ਕੇ ਲੈ ਕੇ ਗਿਆ ਸੀ, ਨਾਸ਼ਰ ਸ਼ਾਹ ਨੂੰ। ਤੇ ਅਹਿਮਦ ਸ਼ਾਹ ਅਬਦਾਲੀ ਨੇ ਵੀ ਇੰਜ ਹੀ ਕੀਤਾ, ਇੱਥੇ ਹਮਲਾ ਕੀਤਾ ਤੇ ਆਪਣੇ
ਲੜਕੇ ਦਾ ਵਿਆਹ ਹੈ ਜਿਹੜਾ ਉਹ ਦਿੱਲੀ ਦੇ ਬਾਦਸ਼ਾਹ ਦੀ ਲੜਕੀ ਦੇ ਨਾਲ ਕਰਵਾ ਦਿੱਤਾ। ਤੇ ਅਹਿਮਦ ਸ਼ਾਹ ਅਬਦਾਲੀ ਨੇ ਆਪ ਵੀ ਖੁਦ ਇੱਕ 16 ਸਾਲ ਦੀ ਲੜਕੀ ਦੇ ਨਾਲ ਵਿਆਹ ਕਰਵਾਇਆ ਇਸ ਹਮਲੇ ਦੇ ਦੌਰਾਨ। ਇਹਦੀ ਆਪਣੀ ਉਮਰ ਬਹੁਤ ਵੱਡੀ ਹੈ, ਲੇਕਿਨ ਜੋ ਬਾਦਸ਼ਾਹ ਹੋਏ ਹੈ, ਇਸ ਤਰ੍ਹਾਂ ਦੇ ਵਿਅਕਤੀ ਹੋਏ ਹੈ, ਇਹ ਐਸ਼ ਪ੍ਰਸਤੀ ਵਿਕਾਰ ਭੋਗਣੇ ਇਸ ਲਾਲਸਾ ਦੇ ਵਿੱਚ ਰਹੇ ਹਨ। ਇਸ ਕਰਕੇ ਇਹਨੇ ਵੀ ਇੱਕ 16 ਸਾਲ ਦੀ ਲੜਕੀ ਦੇ ਨਾਲ ਵਿਆਹ ਕਰਵਾਇਆ। ਤੇ ਤਕਰੀਬਨ ਉਸ ਸਮੇਂ ਬਹੁਤ ਸਾਰੀਆਂ ਲੜਕੀਆਂ ਇਸਨੇ ਗੁਲਾਮ ਬਣਾ ਲਈਆਂ ਇੱਥੋਂ ਦੀਆਂ, ਆਪਣੇ ਹਰਮ ਦੇ ਵਿੱਚ ਰੱਖਣ ਦੇ ਲਈ। ਹਰਮ ਕੀ ਹੁੰਦਾ ਇਸ ਨੂੰ ਸਮਝਣਾ। ਇੱਕ ਰਾਣੀਆਂ ਉਹ ਹੁੰਦੀਆਂ ਸਨ ਜਿਹੜੀਆਂ ਬਾਦਸ਼ਾਹ ਦੇ ਮਹਿਲਾਂ ਦੇ ਵਿੱਚ ਰਹਿੰਦੀਆਂ ਸਨ। ਜਿਹੜਾ ਉਹਨਾਂ ਰਾਣੀਆਂ ਦੀ ਕੁੱਖ ਤੋਂ ਬੱਚਾ ਜਨਮ ਲੈਂਦਾ ਉਸੇ ਨੂੰ ਹੀ ਬਾਦਸ਼ਾਹ ਬਣਾਇਆ ਜਾਂਦਾ, ਕਿਸੇ ਨੂੰ ਵੀ ਬਣਾ ਦਿੱਤਾ ਜਾਂਦਾ। ਜਿਹੜੀਆਂ ਮਹਿਲਾਂ ਵਿੱਚ ਰਾਣੀਆਂ ਰਹਿੰਦੀਆਂ, ਜਿਹੜੀਆਂ ਉਹਨਾਂ ਦੀ ਕੁੱਖ ਤੋਂ ਬੱਚਾ ਜਨਮ ਲੈਂਦਾ, ਉਹਨਾਂ ਵਿੱਚੋਂ ਕਿਸੇ ਨੂੰ ਵੀ ਬਾਦਸ਼ਾਹ ਬਣਾ ਦਿੱਤਾ ਜਾਂਦਾ। ਇੱਕ ਰਾਣੀਆਂ ਉਹ ਹੁੰਦੀਆਂ ਸਨ ਲੜਕੀਆਂ ਜਿਨ੍ਹਾਂ ਨੂੰ ਹਰਮ ਦੇ ਵਿੱਚ ਰੱਖਿਆ ਜਾਂਦਾ ਸੀ, ਮਹਿਲਾਂ ਦੇ ਵਿੱਚ ਨਹੀਂ। ਉਹ ਸਿਰਫ ਬਾਦਸ਼ਾਹ ਦੀ ਐਸ ਇਸ਼ਰਤ ਦੇ ਲਈ ਰੱਖੀਆਂ ਜਾਂਦੀਆਂ ਸਨ। ਤੇ ਜਿਹੜਾ ਉਹਨਾਂ ਬੱਚੀਆਂ ਦੀ ਕੁੱਖ ਤੋਂ ਬੱਚਾ ਜਨਮ ਲੈਂਦਾ ਉਸ ਨੂੰ ਹਰਾਮੀ ਕਿਹਾ ਜਾਂਦਾ ਸੀ। ਹਰਮ ਦੇ ਵਿੱਚ ਪੈਦਾ ਹੋਣ ਵਾਲਾ ਬੱਚਾ ਹਰਾਮੀ। ਤੇ ਅਸੀਂ ਅੱਜ ਇਹ ਸ਼ਬਦ ਹੈ ਨਾ ਜਿਹੜਾ ਸਾਡੇ ਵਿੱਚ ਵੀ ਇੱਕ ਗਾਲ ਦੇ ਤੌਰ ਤੇ ਵਰਤਿਆ ਜਾਂਦਾ ਹੈ। ਜਦੋਂ ਅਸੀਂ ਵੀ ਕਿਸੇ ਨੂੰ ਗਾਲ ਕੱਢਦੇ ਆ ਨਾ ਗੁੱਸੇ ਦੇ ਵਿੱਚ ਆ ਕੇ, ਆਮ ਹੀ ਕਹਿ ਦਿੰਦੇ ਆ ਵੀ ਇਹ ਤਾਂ ਹਰਾਮੀ ਹੈ। ਪਰ ਸਾਨੂੰ ਇਹ ਨਹੀਂ ਪਤਾ ਵੀ ਇਹ ਹਰਾਮੀ ਸ਼ਬਦ ਦਾ ਪਿਛੋਕੜ ਕੀ ਹੈ, ਇਹ ਕਿੱਥੋਂ ਆਇਆ। ਅਸਲ ਦੇ ਵਿੱਚ ਜੋ ਲੜਕੀਆਂ ਹਰਮ ਵਿੱਚ ਰੱਖੀਆਂ ਜਾਂਦੀਆਂ ਸਨ, ਉਹਨਾਂ ਦੀ ਕੁੱਖ ਤੋਂ ਜਿਹੜਾ ਬੱਚਾ ਪੈਦਾ ਹੁੰਦਾ ਸੀ ਉਸ ਨੂੰ ਹਰਾਮੀ ਕਿਹਾ ਜਾਂਦਾ ਸੀ। ਉਹ ਕਦੇ ਵੀ ਤਖਤ ਤੇ ਬੈਠਣ ਦੇ ਯੋਗ ਨਹੀਂ ਸੀ ਮੰਨਿਆ ਜਾਂਦਾ ਬਾਦਸ਼ਾਹ ਦੇ ਵੱਲੋਂ, ਤੇ ਨਾ ਹੀ ਉਸ ਨੂੰ ਤਖਤ ਦਾ ਬਾਦਸ਼ਾਹ ਬਣਾਇਆ ਜਾਂਦਾ ਸੀ। ਇਹਨੇ ਬਹੁਤ ਸਾਰੀਆਂ ਲੜਕੀਆਂ ਗ੍ਰਿਫਤਾਰ ਕੀਤੀਆਂ, 17 ਕਰੋੜ ਰੁਪਈਆ ਲੁੱਟਿਆ, ਆਪ ਖੁਦ ਵਿਆਹ ਕਰਵਾਇਆ, ਆਪਣੇ ਪੁੱਤਰ ਦਾ ਵਿਆਹ ਕਰਵਾਇਆ ਬਾਦਸ਼ਾਹ ਦੀ ਲੜਕੀ ਦੇ ਨਾਲ। ਤੇ 28,000 ਗੱਡਾ ਵੱਖ-ਵੱਖ ਤਰ੍ਹਾਂ ਦੇ ਸਮਾਨ ਦੇ ਨਾਲ ਭਰ ਕੇ ਇਹ ਦਿੱਲੀ ਤੋਂ ਤੁਰ ਪਿਆ। ਇੰਨਾ ਜ਼ਿਆਦਾ ਸਮਾਨ ਲੁੱਟਿਆ ਇਹਨੇ, 28,000 ਗੱਡਾ। 1757 ਦਾ ਹਮਲਾ ਇਹ ਅਹਿਮਦ ਸ਼ਾਹ ਅਬਦਾਲੀ ਦਾ। ਤੇ ਇਸ ਸਮੇਂ ਇਹਨੇ ਇੰਨਾ ਕੁ ਧਨ ਦੌਲਤ ਲੁੱਟਿਆ, ਇੰਨਾ ਕੁ ਸਮਾਨ ਲੁੱਟਿਆ, ਇਹਦਾ ਇੱਕ ਵੀ ਸਿਪਾਹੀ ਖਾਲੀ ਹੱਥ ਨਹੀਂ ਹੈ ਸਮਾਨ ਤੋਂ ਬਗੈਰ। 28,000 ਗੱਡਾ ਕਿੱਥੇ ਜਾ ਕੇ ਲਾਈਨ ਖਤਮ ਹੋਵੇਗੀ। ਇੰਨਾ ਸਮਾਨ ਲੁੱਟ ਕੇ ਇਹ ਵਾਪਸ ਜਾ ਰਿਹਾ। ਜਦੋਂ ਇਹ ਸਰਹਿੰਦ ਦੇ ਕੋਲ, ਸਰਹਿੰਦ ਅਤੇ ਪਟਿਆਲਾ ਜਿਹੜਾ ਇਹ ਰੋਡ ਹੈ, ਇਹ ਤੋਂ ਇੱਕ ਪਿੱਛੇ ਹਟਵਾਂ ਪਿੰਡ ਹੈ ਸਨੌਰ। ਅੱਜ ਇਹ ਪਿੰਡ ਕੋਈ ਬਹੁਤਾ ਮਕਬੂਲ ਨਹੀਂ, ਅਸੀਂ ਨਹੀਂ ਜਾਣਦੇ ਇਸ ਪਿੰਡ ਨੂੰ। ਪਰ ਜਦੋਂ ਇਹ ਸਰਹਿੰਦ ਦੇ ਕੋਲ ਦੀ ਲੰਘਿਆ, ਉਸ ਸਨੌਰ ਨਗਰ ਦੇ ਕੋਲ ਪਹੁੰਚਿਆ, ਸਿੱਖਾਂ ਨੇ ਇਸ ਦੇ ਉੱਪਰ ਹਮਲਾ ਕੀਤਾ। ਹੁਣ ਕਮਾਲ ਹੈ ਨਾ ਸਿੱਖਾਂ ਦੀ ਬਹਾਦਰੀ, ਵੀ ਦਿੱਲੀ ਦਾ ਬਾਦਸ਼ਾਹ ਗੁਲਾਮੀ ਕਬੂਲ ਕਰ ਰਿਹਾ ਅਹਿਮਦ ਸ਼ਾਹ ਅਬਦਾਲੀ ਦੀ, ਡਰਦਾ ਹੋਇਆ। ਤੇ ਸਿੱਖਾਂ ਦੇ ਕੋਲ ਬਹੁਤ ਘੱਟ ਤਾਕਤ ਹੈ, ਪਰ ਸਿੱਖ ਫਿਰ ਵੀ ਅਹਿਮਦ ਸ਼ਾਹ ਅਬਦਾਲੀ ਤੇ ਹਮਲਾ ਕਰ ਰਹੇ ਆ। ਆਖਰ ਸਿੱਖਾਂ ਨੇ ਇਸ ਨੂੰ ਜਾਂਦੇ ਹੋਏ ਨੂੰ ਇੱਥੇ ਸਰਹਿੰਦ ਦੇ ਕੋਲ ਘੇਰ ਕੇ ਸਿੱਖਾਂ ਵੱਲੋਂ ਇਸ ਨੂੰ ਲੁੱਟਿਆ ਗਿਆ। ਬਹੁਤ ਜ਼ਿਆਦਾ ਧਨ ਦੌਲਤ ਲੁੱਟ ਲਿਆ, ਜੋ ਇਹ ਪਹਿਲੀ ਲੁੱਟ ਕੇ ਲਿਆ ਰਹੇ ਆ। ਜੋ ਲੜਕੀਆਂ ਸਨ ਗੁਲਾਮ ਬਣਾਈਆਂ ਉਹ ਛਡਵਾ ਲਈਆਂ। ਆਖਰ ਅਹਿਮਦ ਸ਼ਾਹ ਅਬਦਾਲੀ ਨੇ ਵੀ ਕੋਈ ਇੱਥੇ ਰੁਕ ਕੇ ਸਿੱਖਾਂ ਦੇ ਨਾਲ ਜੰਗ ਕਰਨ ਦੇ ਵਿੱਚ ਸਿਆਣਪ ਨਹੀਂ ਸਮਝੀ, ਕਿਉਂਕਿ ਉਸ ਨੂੰ ਤਾਂ ਇਹ ਡਰ ਹੈ ਵੀ ਮੈਂ ਅਫਗਾਨਿਸਤਾਨ ਜਿਹੜਾ ਸਮਾਨ ਲੁੱਟਿਆ ਇਹਨੂੰ ਲੈ ਕੇ ਪਹੁੰਚ ਜਾਂ ਕਿਸੇ ਸਮੇਂ। ਤੇ ਤਕਰੀਬਨ ਥੋੜਾ ਬਹੁਤਾ ਹਿੱਸਾ, ਤਕਰੀਬਨ 2-3 ਹਿੱਸੇ ਸਿੱਖਾਂ ਨੇ ਵੀ ਇਹ ਸਮਾਨ ਦਾ ਜੋ ਲੁੱਟਿਆ ਜਾ ਰਿਹਾ ਸੀ ਅਹਿਮਦ ਸ਼ਾਹ ਅਬਦਾਲੀ ਦੇ ਵੱਲੋਂ ਲੁੱਟਿਆ ਗਿਆ। ਆਖਰ ਝਨਾਬ ਦੇ ਦਰਿਆ ਤੇ ਪਹੁੰਚ ਕੇ
ਅਹਿਮਦ ਸ਼ਾਹ ਅਬਦਾਲੀ ਆਪਣੇ ਪੁੱਤਰ ਤੈਮੂਰ ਸ਼ਾਹ ਤੇ ਇੱਕ ਇਸ ਦਾ ਜਰਨੈਲ ਹੈ ਜਹਾਨ ਖਾਨ, ਉਹਨਾਂ ਨੂੰ ਜਾਂਦਾ ਹੋਇਆ ਇਹ ਕਹਿ ਗਿਆ ਵੀ ਤੁਸੀਂ ਸਿੱਖਾਂ ਨੂੰ ਖਤਮ ਕਰੋ ਪੰਜਾਬ ਦੇ ਵਿੱਚੋਂ। ਤੈਮੂਰ ਸ਼ਾਹ ਅਤੇ ਜਹਾਨ ਖਾਨ ਨੂੰ ਇੱਥੇ ਛੱਡ ਗਿਆ ਉਹ ਚਨਾਬ ਦੇ ਦਰਿਆ ਦੇ ਕਿਨਾਰੇ ਤੇ, ਵੀ ਜਦੋਂ ਵੀ ਆਉਣੇ ਐ ਇੱਥੋਂ ਲੁੱਟ ਕੇ ਤੁਰਨ ਲੱਗਦੇ ਆ, ਸਿੱਖ ਰਸਤੇ ਵਿੱਚ ਆਪਾਂ ਨੂੰ ਲੁੱਟ ਲੈਂਦੇ ਐ। ਤੇ ਇਸ ਕਰਕੇ ਮੈਂ ਤੁਹਾਨੂੰ ਇਹ ਜ਼ਿੰਮੇਵਾਰੀ ਸੌਂਪ ਕੇ ਜਾਣਾ ਵੀ ਜਦੋਂ ਅਗਲਾ ਹਮਲਾ ਕਰਾਂਗੇ ਨਾ, ਉਦੋਂ ਤੱਕ ਸਿੱਖ ਨਹੀਂ ਹੋਣੇ ਚਾਹੀਦੇ। ਤੇ ਆਪਣੇ ਪੁੱਤਰ ਅਤੇ ਇੱਕ ਜਰਨੈਲ ਨੂੰ ਅਤੇ ਫੌਜ ਨੂੰ ਛੱਡ ਗਿਆ ਇਹ ਜਾਂਦਾ ਹੋਇਆ ਵੀ ਤੁਸੀਂ ਸਿੱਖਾਂ ਨੂੰ ਖਤਮ ਕਰੋ। ਸੋ ਅਗਲੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ। ਸਮੇਂ ਦੀ ਸਮਾਪਤੀ ਹੈ। ਆਪ ਸਰਬੱਤ ਸੰਗਤਾਂ ਦਾ ਧੰਨਵਾਦ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।